ਸਤਿਕਾਰਯੋਗ ਕਿਸਾਨ ਭਰਾਵੋ, ਮੈਂ ਪ੍ਰੇਮ ਸਿੰਘ ਭੰਗੂ, ਪ੍ਰਧਾਨ ਆਲ ਇੰਡੀਆ ਕਿਸਾਨ ਫੈਡਰੇਸ਼ਨ ਅਤੇ ਕਨਵੀਨਰ ਲੀਗਲ ਸੈੱਲ ਸੰਯੁਕਤ ਕਿਸਾਨ ਮੋਰਚਾ ਅੱਜ ਤੁਹਾਡੇ ਨਾਲ ਦੋ ਤਿੰਨ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਹਾਂ। ਪਹਿਲੀ ਗੱਲ ਤਾਂ ਇਹ ਹੈ ਕਿ ਸਾਡਾ ਮੋਰਚਾ ਖੇਤੀ ਕਾਨੂੰਨਾਂ ਦੇ ਖਿਲਾਫ ਅਤੇ MSP 'ਤੇ ਕਾਨੂੰਨੀ ਗਰੰਟੀ ਲੈਣ ਲਈ 3.5 ਮਹੀਨੇ ਮੋਰਚੇ ਨੂੰ ਪੂਰੇ ਹੋ ਗਏ ਹਨ। ਪਰ ਕਿਸਾਨਾਂ ਦੇ ਵਿੱਚ, ਨੌਜਵਾਨਾਂ 'ਚ, ਵਿਦਿਆਰਥੀਆਂ 'ਚ, ਲੋਕਾਂ 'ਚ ਬੜਾ ਭਾਰੀ ਉਤਸ਼ਾਹ ਹੈ ਅਤੇ ਸਰਕਾਰ ਦੇ ਖਿਲਾਫ ਬਹੁਤ ਰੋਸ ਅਤੇ ਭਾਰੀ ਬੇਚੈਨੀ ਹੈ। ਸਰਕਾਰ ਅਜੇ ਵੀ ਖੇਤੀ ਕਾਨੂੰਨਾਂ ਦੇ ਵਿੱਚ ਸੋਧ ਕਰਨ ਦੀਆਂ ਗੱਲਾਂ ਜਾਂ ਇਹਨਾਂ ਨੂੰ 3 ਸਾਲ ਲਈ ਸਟੇ ਕਰਨ ਦੀਆਂ ਗੱਲਾਂ ਕਰ ਰਹੀ ਹੈ, ਜੋ ਕਿ ਨਾ ਸੰਯੁਕਤ ਕਿਸਾਨ ਮੋਰਚੇ ਨੂੰ ਅਤੇ ਨਾ ਸਮੂਹ ਕਿਸਾਨਾਂ ਨੂੰ ਪ੍ਰਵਾਨ ਹਨ। ਉਸ ਦਾ ਕਾਰਨ ਬੜਾ ਸਪਸ਼ਟ ਹੈ ਕਿ ਜੇ ਸਟੇ ਸਰਕਾਰ ਕਰਦੀ ਹੈ ਤਾਂ ਕਾਨੂੰਨ ਕਿਤੇ ਨਾ ਕਿਤੇ ਰਹਿੰਦੇ ਹਨ ਔਰ ਸਰਕਾਰ ਨੂੰ ਇੱਕ ਹਮੇਸ਼ਾ ਕਾਨੂੰਨ ਅਧਿਕਾਰ ਮਿਲ ਜਾਏਗਾ ਤਾਂ ਕਿ ਉਹ ਸੂਬਿਆਂ ਦੇ ਅਧਿਕਾਰਾਂ ਦੇ ਉੱਪਰ ਛਾਪਾ ਮਾਰ ਕੇ ਇਸ ਕਿਸਮ ਦੇ ਕਾਲੇ ਕਾਨੂੰਨ ਅੱਗੇ ਲਈ ਭਵਿੱਖ 'ਚ ਵੀ ਬਣਾਉਂਦੀ ਰਹੇ। ਦੂਜਾ ਸਵਾਲ ਇਹ ਹੈ ਕਿ ਜੇਕਰ ਇਸ ਨੂੰ ਪ੍ਰਵਾਨ ਕਰੀਏ ਤਾਂ ਇੱਕ ਮੁਕਾਬਲੇ ਦਾ ਪ੍ਰਾਈਵੇਟ ਸਿਸਟਮ ਸਰਕਾਰੀ ਮੰਡੀਆਂ ਦੇ ਮੁਕਾਬਲੇ ਬਣੂਗਾ, ਜੋ ਆਹਿਸਤਾ ਸਰਕਾਰੀ ਮੰਡੀਆਂ ਨੂੰ ਖਤਮ ਕਰੂਗਾ ਔਰ ਖੇਤੀਬਾੜੀ ਦਾ ਪ੍ਰਬੰਧ ਕਾਰਪੋਰੇਟ ਘਰਾਣੇ ਦੇ ਹੱਥਾਂ 'ਚ ਚਲਿਆ ਜਾਣਾ। ਸੋ ਇਸ ਕਰਕੇ ਸੰਯੁਕਤ ਕਿਸਾਨ ਮੋਰਚਾ ਇਸ ਦਲੀਲ ਦਾ ਹੈ ਕਿ ਕਾਨੂੰਨ, ਕਿਉਂਕਿ ਕਿਸਾਨਾਂ ਨੂੰ ਵਿਸ਼ਵਾਸ 'ਚ ਲਏ ਬਿਨਾਂ ਦੇਸ਼ ਦੀ ਪਾਰਲੀਮੈਂਟ ਅਤੇ ਰਾਜ ਸਭਾ ਦੀ ਜਮਹੂਰੀ ਪ੍ਰਕਿਰਿਆ ਦੀ ਧੱਜੀਆਂ ਉਡਾ ਕੇ ਧੱਕੇ ਨਾਲ ਬਣਾਏ ਹਨ ਅਤੇ ਸੂਬਿਆਂ ਦੇ ਅਧਿਕਾਰ 'ਤੇ ਛਾਪਾ ਮਾਰਿਆ, ਫੈਡਰਲ ਢਾਂਚੇ ਦੇ ਵੀ ਖਿਲਾਫ ਹਨ। ਇਸ ਲਈ ਇਹ ਕਾਨੂੰਨ ਮੁੱਢੋਂ ਹੀ ਕਿਸਾਨ ਵਿਰੋਧੀ ਅਤੇ ਦੇਸ਼ ਵਿਰੋਧੀ ਹਨ। ਇਸ ਲਈ ਇਹਨਾਂ ਨੂੰ ਰੱਦ ਕਰੇ ਤੋਂ ਸਿਵਾਏ ਹੋਰ ਕੋਈ ਹੱਲ ਨਹੀਂ। ਦੂਜਾ, MSP ਅਤੇ ਸਰਕਾਰੀ ਖਰੀਦ ਖੇਤੀਬਾੜੀ ਦੀ ਜਿੰਦ ਜਾਨ ਹੈ। MSP ਕੇਵਲ ਪੰਜਾਬ ਅਤੇ ਹਰਿਆਣਾ 'ਚ ਮਿਲਦੀ ਹੈ, ਬਾਕੀ ਸਾਰੇ ਦੇਸ਼ ਦੇ ਅੰਦਰ MSP ਔਰ ਸਰਕਾਰੀ ਖਰੀਦ ਕਿਤੇ ਵੀ ਨਹੀਂ। ਇਸ ਲਈ ਅੱਜ ਸਾਰੇ ਦੇਸ਼ ਦੇ ਕਿਸਾਨ ਸਾਰੇ ਸੂਬਿਆਂ ਦੇ ਇਕਮਤ ਹਨ ਕਿ ਜਿਸ ਤਰ੍ਹਾਂ MSP ਪੰਜਾਬ ਅਤੇ ਹਰਿਆਣਾ 'ਚ ਮਿਲਦੀ ਹੈ, ਇਹ MSP ਔਰ ਸਰਕਾਰੀ ਖਰੀਦ ਸਾਰੇ ਸੂਬਿਆਂ ਦੇ ਵਿੱਚ ਸਾਰੀਆਂ ਕਿਸਾਨੀ ਫਸਲਾਂ ਜਿਨ੍ਹਾਂ ਦੀ ਖੇਤੀਬਾੜੀ ਕਮਿਸ਼ਨ ਪ੍ਰਾਈਸ ਨਿਰਧਾਰਿਤ ਕਰਦਾ ਹੈ, ਉਹ ਡਾਕਟਰ ਸਵਾਮੀਨਾਥਨ ਦੀਆਂ ਸਿਫਾਰਿਸ਼ਾਂ ਅਨੁਸਾਰ ਮਿਲੇ। ਸੋ ਅੱਜ ਦੋਨੋਂ ਮੰਗਾਂ ਦੇ ਉੱਪਰ ਅੰਦੋਲਨ ਪੰਜਾਬ ਹਰਿਆਣੇ ਤੋਂ ਸ਼ੁਰੂ ਹੋ ਕੇ ਸਾਰੇ ਦੇਸ਼ ਦੇ ਵਿੱਚ ਆਪਣੇ ਪੈਰ ਪਸਾਰ ਰਿਹਾ ਹੈ। ਸਾਰੇ ਦੇਸ਼ ਦੇ, ਭਾਵੇਂ ਦੱਖਣੀ ਸੂਬੇ ਹੋਣ ਭਾਵੇਂ ਪੱਛਮੀ ਸੂਬੇ ਹੋਣ, ਸਾਰੇ ਸੂਬਿਆਂ 'ਚ ਭਾਰੀ ਮਹਾਂ ਕਿਸਾਨ ਪੰਚਾਇਤਾਂ ਹੋ ਰਹੀਆਂ ਹਨ, ਜਿੱਥੋਂ ਹਰ ਰੋਜ਼ ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨਾਂ ਨੂੰ ਸੱਦੇ ਆ ਰਹੇ ਹਨ ਉਹਨਾਂ ਦੇ ਵਿੱਚ ਆਪਣੇ ਵਿਚਾਰ ਪ੍ਰਗਟ ਕਰਨ ਦੇ ਲਈ, ਜਿਸ ਦਾ ਸਪਸ਼ਟ ਸੰਕੇਤ ਹੈ ਕਿ ਇੱਕ ਬਹੁਤ ਵੱਡੀ ਲੋਕ ਰਾਏ ਮੋਦੀ ਸਰਕਾਰ ਦੇ ਖਿਲਾਫ, ਇਹਦੀਆਂ ਨੀਤੀਆਂ ਦੇ ਖਿਲਾਫ, ਕਾਲੇ ਕਾਨੂੰਨਾਂ ਦੇ ਖਿਲਾਫ ਸਾਰੇ ਦੇਸ਼ ਦੇ ਵਿੱਚ ਫੈਲ ਰਹੀ ਹੈ। ਔਰ 5 ਸੂਬਿਆਂ ਦੇ ਵਿੱਚ ਜਿੱਥੇ ਆਗਾਮੀ 27 ਅਪ੍ਰੈਲ ਤੋਂ ਮਾਰਚ ਤੋਂ ਚੋਣਾਂ ਸ਼ੁਰੂ ਹੋਣੀਆਂ ਹਨ, ਉੱਥੇ ਸੰਯੁਕਤ ਮੋਰਚੇ ਦੀਆਂ ਟੀਮਾਂ ਕਿਸਾਨਾਂ ਨੂੰ ਸਪਸ਼ਟ ਸੰਦੇਸ਼ ਦੇਣ ਦੇ ਲਈ ਪਹੁੰਚ ਰਹੀਆਂ ਹਨ ਤਾਂ ਕਿ BJP ਨੂੰ ਲੋਕਾਂ ਦੇ ਵਿੱਚੋਂ ਨਖੇੜਿਆ ਜਾਵੇ, BJP ਦੇ ਵੋਟ ਬੈਂਕ ਨੂੰ ਨੁਕਸਾਨ ਪਹੁੰਚਾਇਆ ਜਾਵੇ। ਇਹ ਸੁਨੇਹਾ ਦੇਣ ਦੇ ਲਈ ਕਿ ਤੁਸੀਂ BJP ਨੂੰ ਵੋਟ ਨਾ ਪਾਓ, BJP ਨੂੰ ਹਰਾਉਣ ਲਈ ਜਿਹੜਾ ਉਮੀਦਵਾਰ ਹਰਾ ਸਕਦਾ ਹੈ ਉਸ ਨੂੰ ਵੋਟ ਪਾਓ। ਸੰਯੁਕਤ ਮੋਰਚਾ ਕਿਸੇ ਵੀ ਪਾਰਟੀ ਦੇ ਸਮਰਥਨ ਦੇ ਵਿੱਚ, ਕਿਸੇ ਪਾਰਟੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਨਹੀਂ ਹੋਵੇਗਾ, ਬਲਕਿ ਉਹ ਆਪਣੀਆਂ ਸਟੇਜਾਂ ਤੋਂ ਆਜ਼ਾਦਾਨਾ ਤੌਰ 'ਤੇ ਪ੍ਰੈਸ ਕਾਨਫਰੰਸ ਕਰਕੇ BJP ਦੇ ਖਿਲਾਫ, ਮੋਦੀ ਦੇ ਖਿਲਾਫ ਇੱਕ ਸੁਨੇਹਾ ਲੋਕਾਂ ਨੂੰ ਜਿਹੜੇ ਚੋਣਾਂ ਦੇ ਵਿੱਚ ਹਿੱਸਾਦਾਰੀ ਕਰ ਰਹੇ ਹਨ ਉਹਨਾਂ ਨੂੰ ਦੇਣਾ ਚਾਹੁੰਦਾ ਹੈ ਤਾਂ ਕਿ BJP ਨੂੰ ਸਿਆਸੀ ਤੌਰ 'ਤੇ ਮਾਰ ਪਵੇ ਔਰ ਉਹ ਕਿਸਾਨਾਂ ਨਾਲ ਗੱਲਬਾਤ ਦੇ ਦਰਵਾਜ਼ੇ ਖੋਲ੍ਹੇ, ਖੇਤੀ ਕਾਨੂੰਨਾਂ ਨੂੰ ਰੱਦ ਕਰੇ, MSP ਦੇ ਕਾਨੂੰਨ ਬਣਾਵੇ। ਅੱਜ ਇਹ ਲਹਿਰ ਦੇਸ਼ ਵਿਆਪੀ ਤਾਂ ਹੋ ਗਈ ਹੈ, ਪਰ ਇੱਕ ਗੱਲ ਹੋਰ ਵੀ ਨੋਟ ਕਰੋ ਤੁਸੀਂ ਕਿ ਮੋਦੀ ਜਿਹੜਾ ਹਮੇਸ਼ਾ ਵਿਦੇਸ਼ਾਂ ਦੇ ਵਿੱਚ ਹਫ਼ਤੇ 'ਚ 1 ਜਾਂ 2 ਯਾਤਰਾ ਕਰਦਾ ਸੀ, ਹੁਣ ਜਦੋਂ ਦਾ ਕਿਸਾਨ ਮੋਰਚਾ
ਦਿੱਲੀ ਦੀ ਬਰੂਹਾਂ ਦੇ ਉੱਪਰ ਬੈਠਾ ਹੈ ਔਰ ਦੇਸ਼ ਦੇ ਵਿੱਚ ਵੀ ਇਸ ਦੀਆਂ ਗੂੰਜਾਂ ਪੈ ਰਹੀਆਂ ਨੇ। ਮੋਦੀ ਨੂੰ ਹਿੰਮਤ ਨਹੀਂ ਪਈ ਕਿ ਉਹ ਕਿਸੇ ਵੀ ਦੇਸ਼ ਦੇ ਅੰਦਰ ਜਾ ਕੇ ਰੈਲੀਆਂ ਜਾਂ ਹੋਰ ਪ੍ਰਚਾਰ ਕਰੇ। ਉਹਨਾਂ ਦੇਸ਼ਾਂ ਦੇ ਵਿੱਚ ਵਸਦੇ ਪੰਜਾਬੀ, ਭਾਰਤੀ ਜਾਂ ਉੱਥੇ ਦੇ ਨਾਗਰਿਕ ਵੀ ਅੱਜ ਬਹੁਤ ਤਕੜੇ ਹੋ ਕੇ ਸਪਸ਼ਟ ਆਵਾਜ਼ ਦੇ ਰਹੇ ਨੇ ਕਿ ਹਿੰਦੁਸਤਾਨ ਦੀ ਸਰਕਾਰ ਨੇ ਜੋ ਕਿਸਾਨਾਂ ਦੇ ਖਿਲਾਫ ਕਾਲੇ ਕਾਨੂੰਨ ਬਣਾਏ, ਉਹ ਖੇਤੀਬਾੜੀ ਦੀ ਬਰਬਾਦੀ ਦੇ ਕਾਨੂੰਨ ਹਨ, ਖੇਤਾਂ ਨੂੰ ਬਰਬਾਦ ਕਰਨ ਵਾਲੇ ਕਾਨੂੰਨ ਹਨ, ਜ਼ਮੀਨਾਂ 'ਤੇ ਕਬਜ਼ਾ ਕਰਨ ਵਾਲੇ ਕਾਨੂੰਨ ਹਨ। ਇਸ ਲਈ ਉਹਨਾਂ ਨੂੰ ਵਾਪਸ ਕੀਤਾ ਜਾਏ। ਨਾਲ ਹੀ ਇਹ ਆਵਾਜ਼ ਬਹੁਤ ਜ਼ੋਰ ਨਾਲ ਉੱਠ ਰਹੀ ਹੈ ਕਿ ਮੋਦੀ ਸਰਕਾਰ ਜੋ ਕਿਸਾਨਾਂ ਦੇ ਉੱਪਰ ਜ਼ਬਰ ਦੀ ਹਨੇਰੀ ਚਲਾ ਰਹੀ ਹੈ, ਦਮਨ ਕਰ ਰਹੀ ਹੈ, ਜ਼ੁਲਮ ਕਰ ਰਹੀ ਹੈ, ਉਸ ਨੂੰ ਨੱਥ ਪਾਈ ਜਾਵੇ। ਕਿਉਂਕਿ 26 ਦੀ ਘਟਨਾਵਾਂ ਤੋਂ ਬਾਅਦ 151 ਦੇ ਕਰੀਬ ਜੋ ਕਿਸਾਨ ਸਨ ਉਹਨਾਂ ਨੂੰ ਝੂਠੇ ਕੇਸਾਂ ਦੇ ਵਿੱਚ ਜੇਲ੍ਹਾਂ 'ਚ ਬੰਦ ਕਰ ਦਿੱਤਾ ਸੀ। ਸੈਂਕੜੇ ਕਿਸਾਨਾਂ ਨੂੰ ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ, ਉੱਤਰਾਖੰਡ ਦੇ ਵਿੱਚ ਨੋਟਿਸ ਭੇਜ ਕੇ ਡਰਾਇਆ ਜਾ ਰਿਹਾ ਸੀ ਕਿ ਤੁਸੀਂ ਆਓ, ਜਿਹੜੀਆਂ ਜਾਂਚ ਏਜੰਸੀਆਂ ਨੇ, ਪੜਤਾਲ ਏਜੰਸੀਆਂ ਨੇ, ਉਹਨਾਂ ਕੋਲ ਪੇਸ਼ ਹੋ। ਜੇ ਉਹ ਪੇਸ਼ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਝੂਠੇ ਕੇਸਾਂ 'ਚ ਫਸਾ ਕੇ ਜੇਲ੍ਹ ਭੇਜ ਦੇਣਗੇ। ਇਸ ਲਈ ਸੰਯੁਕਤ ਮੋਰਚਾ ਦੀ ਲੀਗਲ ਟੀਮ ਨੇ ਸਮੇਂ ਸਿਰ ਇਸ ਗੱਲ ਨੂੰ ਭਾਂਪਦੇ ਹੋਏ ਸਾਰਿਆਂ ਨੂੰ ਇਹ ਜਾਣਕਾਰੀ ਦਿੱਤੀ ਸੀ ਕਿ ਇਹਨਾਂ ਨੋਟਿਸਾਂ ਦੀ ਕੋਈ ਪਰਵਾਹ ਨਹੀਂ ਕਰਨੀ, ਨਾ ਕਿਸੇ ਕੋਲ ਪੇਸ਼ ਹੋਣਾ, ਬਲਕਿ ਜੇ ਕੋਈ ਗ੍ਰਿਫਤਾਰ ਕਰਨ ਲਈ ਦਿੱਲੀ ਪੁਲਿਸ ਜਾਂ ਕੋਈ ਹੋਰ ਪੁਲਿਸ ਤੁਹਾਡੇ ਕੋਲ ਜਾਂਦੀ ਹੈ ਤਾਂ ਉਹਨਾਂ ਤੋਂ ਇਹ ਪੁੱਛਣਾ ਹੈ ਕਿ ਉਹਨਾਂ ਨੂੰ ਕਿਸ ਕੋਰਟ ਨੇ ਵਾਰੰਟ ਜਾਰੀ ਕਰਕੇ ਅਧਿਕਾਰ ਦਿੱਤਾ ਹੈ ਜਾਂ ਕਿਸ FIR ਦੇ ਵਿੱਚ ਉਹ ਨੋਟਿਸ ਲੈ ਕੇ ਸਾਨੂੰ ਗ੍ਰਿਫਤਾਰ ਕਰਨ ਲਈ ਪਹੁੰਚੇ ਨੇ। ਉਹਨਾਂ ਕੋਲ ਕੋਈ ਜਵਾਬ ਨਹੀਂ ਹੋਣਾ। ਇਸ ਲਈ ਜੋ ਲੋਕ ਗ੍ਰਿਫਤਾਰ ਕਰਨ ਆਉਂਦੇ ਨੇ, ਸਾਰੇ ਕਿਸਾਨ ਭਰਾਵਾਂ ਨੂੰ ਅਸੀਂ ਬੇਨਤੀ ਕੀਤੀ ਸਮੇਂ ਸਿਰ, ਤੁਸੀਂ ਇਹਨਾਂ ਟੀਮਾਂ ਦਾ ਘਿਰਾਓ ਕਰੋ ਅਤੇ ਇਹਨਾਂ ਤੋਂ ਪੁੱਛੋ। ਇਹਦਾ ਸਿੱਟਾ ਇਹ ਹੋਇਆ ਕਿ ਜਿੰਨੀ ਵੱਡੀ ਪੱਧਰ ਦੇ ਉੱਪਰ ਨੋਟਿਸ ਜਾਰੀ ਕੀਤੇ ਸਨ, ਉਹ ਨੋਟਿਸ ਇੱਕ ਰੱਦੀ ਦੀ ਟੋਕਰੀ 'ਚ ਪੈ ਗਏ। ਉਸ ਤੋਂ ਬਾਅਦ ਪੁਲਿਸ ਦੀ ਕਿਤੇ ਹਿੰਮਤ ਨਹੀਂ ਪਈ ਨਾ ਕਿਸੇ ਨੂੰ ਗ੍ਰਿਫਤਾਰ ਕਰਨ ਦੀ, ਨਾ ਦੁਬਾਰਾ ਨੋਟਿਸ ਭੇਜਣ ਦੀ। ਇਸੇ ਤਰ੍ਹਾਂ ਜੋ ਕਿਸਾਨ ਜੇਲ੍ਹਾਂ ਦੇ ਵਿੱਚ ਬੰਦ ਸਨ, ਸਾਡੀ ਸੰਯੁਕਤ ਮੋਰਚੇ ਦੀ ਲੀਗਲ ਟੀਮ ਦੀ ਪਹਿਲ ਕਦਮੀ ਸਦਕਾ ਅਤੇ ਦਿੱਲੀ ਵਿਖੇ ਸਾਡੇ ਲੀਗਲ ਪੈਨਲ ਦੇ ਸਦਕਾ ਅੱਜ ਉਹਨਾਂ ਦੇ ਵਿੱਚੋਂ ਤਕਰੀਬਨ ਇੱਕ ਨੂੰ ਛੱਡ ਕੇ ਸਾਰੇ ਕਿਸਾਨ ਨੌਜਵਾਨ ਜੇਲ੍ਹਾਂ ਤੋਂ ਬਾਹਰ ਆ ਚੁੱਕੇ ਹਨ। ਇੱਕੋ ਹੀ ਕਿਸਾਨ ਰਣਜੀਤ ਸਿੰਘ, ਜਿਹੜਾ 29 ਦੀ ਘਟਨਾ ਵਿੱਚ ਸ਼ਾਮਲ ਸੀ, ਉਹਦੀ ਜਿਹੜੀ ਜ਼ਮਾਨਤ ਦੀ ਦਰਖਾਸਤ ਹੈ ਉਸ 'ਤੇ ਸੁਣਵਾਈ ਅੱਜ ਹੋ ਰਹੀ ਹੈ। ਲੱਗਦਾ ਉਸ ਨੂੰ ਜ਼ਮਾਨਤ ਮਿਲ ਜਾਏਗੀ। ਇਸੇ ਤਰ੍ਹਾਂ 3 ਕਿਸਾਨ ਹਰਿਆਣੇ ਦੇ ਵਿੱਚ ਰਹਿੰਦੇ ਸੀ, ਉਹਨਾਂ ਦੀ ਜ਼ਮਾਨਤਾਂ 'ਤੇ ਵੀ ਅੱਜ ਸੁਣਵਾਈ ਹੋ ਰਹੀ ਹੈ, ਉਹਨਾਂ ਨੂੰ ਵੀ ਮਿਲ ਜਾਣਾ ਹੈ। ਇਸ ਲਈ ਅਸੀਂ ਬਹੁਤ ਸਖਤ ਮਿਹਨਤ ਕਰਕੇ ਸਾਰੇ ਬੇਦੋਸ਼ੇ ਕਿਸਾਨਾਂ ਨੂੰ, ਝੂਠੇ ਕੇਸਾਂ ਜਿਹੜੇ ਫਸਾਏ ਹੋਏ ਸੀ, ਉਹਨਾਂ ਨੂੰ ਬਹੁਤ ਹੀ ਜਲਦੀ ਜੇਲ੍ਹਾਂ ਦੇ ਵਿੱਚੋਂ ਬਾਹਰ ਕਢਾਉਣ ਲਈ ਸਫਲ ਹੋਏ ਹਾਂ। ਔਰ ਇਸ ਗੱਲ ਦੇ ਲਈ ਮੈਂ ਇਸ ਗੱਲ ਲਈ ਵੀ ਧੰਨਵਾਦੀ ਹਾਂ ਜਿਹੜੇ ਨੌਜਵਾਨ ਜੇਲ੍ਹਾਂ ਤੋਂ ਬਾਹਰ ਆਏ। ਜਦੋਂ ਅਸੀਂ ਜੇਲ੍ਹਾਂ ਜਾ ਕੇ ਉਹਨਾਂ ਨੂੰ ਮਿਲੇ ਤਾਂ ਉਹਨਾਂ ਨੇ ਬਹੁਤ ਹੌਸਲੇ 'ਚ ਸਾਨੂੰ ਕਿਹਾ ਕਿ ਤੁਸੀਂ ਜ਼ਮਾਨਤਾਂ ਕਰਾਓ। ਜ਼ਮਾਨਤਾਂ ਕਰਾ ਕੇ ਅਸੀਂ ਘਰ ਜਾਣ ਦੀ ਬਜਾਏ ਦੁਬਾਰਾ ਮੋਰਚੇ 'ਚ ਡਟਾਂਗੇ। ਔਰ ਤੁਹਾਡੀ ਜਾਣਕਾਰੀ ਲਈ ਤੁਸੀਂ ਫੋਟੋਆਂ 'ਚ ਵੀ ਦੇਖਿਆ ਕਿ ਜਿੰਨੇ ਨੌਜਵਾਨ ਜ਼ਮਾਨਤਾਂ ਕਰਾ ਕੇ ਆਏ, ਉਹ ਸਿੰਘੂ ਬਾਰਡਰ 'ਤੇ ਔਰ ਟਿੱਕਰੀ ਵਿਖੇ ਪਹੁੰਚੇ ਸਟੇਜ ਦੇ ਉੱਪਰ, ਉਹਨਾਂ ਦਾ ਸਨਮਾਨਿਤ ਕੀਤਾ ਗਿਆ ਔਰ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਕਿਸੇ ਪੁਲਿਸ ਦੇ ਜ਼ਬਰ ਤੋਂ, ਕਿਸੇ ਪਰਚੇ ਤੋਂ, ਕਿਸੇ ਨੋਟਿਸ ਤੋਂ ਡਰਨ ਵਾਲੇ ਨਹੀਂ। ਖੇਤੀ ਕਾਨੂੰਨਾਂ ਦੇ ਖਿਲਾਫ ਲੜਾਈ ਹੈ ਜਿਹੜੀ, ਉਹ ਲੜਾਈ ਲੜਾਂਗੇ, ਮੋਰਚੇ 'ਚ ਡਟਾਂਗੇ ਔਰ ਖੇਤੀ ਕਾਨੂੰਨਾਂ ਨੂੰ ਰੱਦ ਕਰਾ ਕੇ MSP ਦੇ ਕਾਨੂੰਨ ਬਣਾਉਣ ਤੋਂ ਬਾਅਦ ਹੀ ਆਪਣੇ ਘਰਾਂ ਨੂੰ ਪਰਤਾਂਗੇ। ਸੋ ਇਹ ਪਿਆਰੇ ਸਾਥੀਓ, ਪਿਆਰੇ ਦੋਸਤੋ, ਸਾਡੀ ਅੱਜ ਇੱਕ ਬਹੁਤ ਹੀ ਵੱਡੀ ਇਨਸਾਫ ਦੀ, ਹੱਕ ਦੀ, ਸੱਚ ਦੀ, ਜ਼ਮੀਨਾਂ ਦੀ ਰਾਖੀ ਦੀ ਲੜਾਈ ਹੈ। ਕੰਮ ਭਾਵੇਂ ਸਾਨੂੰ ਜਿੰਨਾ ਮਰਜ਼ੀ ਹੋਵੇ, ਪਰ ਜਿੰਨਾ ਮੋਰਚਾ ਲੰਬਾ ਹੋਏਗਾ, ਸਾਡੀ ਸਮਝ ਹੈ ਕਿ ਉਨਾ ਹੀ ਅਸੀਂ ਮਜ਼ਬੂਤ ਹੋਵਾਂਗੇ ਔਰ ਮੋਦੀ ਔਰ BJP ਸਰਕਾਰ ਹੈ ਜਿਹੜੀ, ਉਸ ਦੇ ਪੈਰ ਜ਼ਮੀਨ ਤੋਂ ਖਿਸਕਣਗੇ। ਨੁਕਸਾਨ ਵੱਡਾ ਭਾਰੀ ਉਸ ਨੂੰ ਹੋਣ ਵਾਲਾ ਹੈ। ਤੁਸੀਂ ਸਾਰਿਆਂ ਨੇ ਪਿਛਲੇ 6 ਮਹੀਨੇ ਤੋਂ BJP ਨੂੰ ਪੰਜਾਬ ਦੇ ਵਿੱਚ ਕਿਤੇ ਵੀ ਉਹਨਾਂ ਦੇ BJP ਦਾ ਜਿੰਨੇ ਮਰਜ਼ੀ ਵੱਡੀ ਪੱਧਰ ਦਾ, ਛੋਟੀ ਪੱਧਰ ਦਾ ਉਹ ਆਗੂ ਹੋਵੇ, ਉਸ ਨੂੰ ਲੋਕਾਂ 'ਚ ਵਿਚਰ ਨਹੀਂ ਦਿੱਤਾ। ਜੇ ਉਹ ਪ੍ਰੋਗਰਾਮ ਲੈ ਕੇ ਗਿਆ, ਉਸ ਦਾ ਘਿਰਾਓ ਕੀਤਾ ਗਿਆ, ਉਸ ਦੇ ਘਰਾਂ ਦੇ ਅੱਗੇ ਧਰਨੇ ਜਾਰੀ ਰਹੇ। ਇਸੇ ਤਰ੍ਹਾਂ ਹਰਿਆਣਾ ਬਹੁਤ ਵੱਡੀ ਗਿਣਤੀ 'ਚ ਉੱਠਿਆ ਹੈ। ਅੱਜ ਹਰਿਆਣੇ 'ਚ ਵੀ ਇਹ ਹੈ
कि बीजेपी का कोई भी नामवर आगू वो लोगों 'ਚ विचर नहीं सकता, अपनी पार्टी के हक 'ਚ प्रचार नहीं कर सकता, लोग उसका थां थां घराव करते हैं। यही वरतारा लगभग सारे देश का वरतारा बन गया। इसलिए ये जिहड़ी लहर है पंजाब ते हरियाणे तो शुरू होके यूपी, राजस्थान, उत्तराखंड नूं लपेट 'ਚ लैंदी हुई अज देश व्यापी लहर बन गई है। और ये किसानों का अंदोलन ना रह के अज एक जन अंदोलन बन गया है। जदों कोई जन अंदोलन बन जाता है तो ये बहुत वड्डी प्राप्ति हुंदी है। इस अंदोलन ने दो गल्लां साबित करनियां ने आउण वाले दिनां दे विच। एक तो जमीनां दी राखी करनी है। अज तो बाद अंदोलन जितण तो बाद कोई भी सरकार कदे भी आवे वो तुहाडीआं जमीनां वल झाक नहीं सकेगी, ना जमीन नूं हथियाउण दा किसी किस्म का प्रोग्राम बना सकेगी। दूजी प्राप्ति अंदोलन की यह होनी है कि जिथे बीजेपी और मोदी अपनी ताकत के घमंड दे विच देश नूं अपोजिशन मुक्त भारत बनाउणा चाहुंदा सी, अज ये किसानी अंदोलन के सदका होना है कि किसानां दी बदौलत, उन्हां दे लंबे संघर्ष की बदौलत, शांतमई संघर्ष की बदौलत इस नूं बीजेपी मुक्त भारत बनाना है, जिहदा सेहरा देश के किसानां सिर, खास करके पंजाब के किसानां सिर जाना है, जिन्होंने इस अंदोलन की शुरुआत की। अज विदेशों के विचों बहुत वड्डी पद्धर के उपर तुहाडे हक दे विच आवाज़ां उठ रही ने। रोज़ाना उत्थे धरने, मुजाहरे, पार्लीमेंटां दे अंदर बहस हो के मोदी के खिलाफ, इत्थों की सरकार के खिलाफ आवाज़ उठ रही है। और सरकार नूं मजबूर किया जा रहा है कि वो खेती कानूनों नूं रद्द करे, किसानों की मंगां नूं प्रवान करे, उन्होंने उपर हो रहा जबर, जुल्म और दमन इस नूं बंद करे, रस्ते में लाए हुए बैरीकेड हटावे, सारियां जमहूरी कदरां कीमतां, शहरी आज़ादियां उन्होंने बहाल करे और हकी मंगां नूं प्रवान करे, MSP के कानून बनावे। देश के विदेश के लोगों की अज बहुत उच्ची आवाज़ है, बहुत गूंज है। मैं कहना भी देर और सवेर ये सरकार नूं मजबूर करेगी कि वो जल्दी ही गलबात के दरवाजे भी खोलेगी, खेती कानूनों दे उपर लीक मारूगी, MSP के कानून बनाएगी और जिन्ने झूठे केसां 'च किसान फसाए ने, परचे दर्ज किए हैं या डराया धमकाया जा रहा है, ये सारी प्रक्रिया नूं फौरी बंद करेगी। अज मैं तुहानूं इस गल की जानकारी देने लई इत्थे पहुंचा कि तकड़े हो, मोर्चेबंदी करो। भावें कम अपना बहुत है, कणक की कटाई है, पर पंचायतां ने फैसला किया है कि हर पिंड के अंदरों 10 किसान इत्थे आउंदे ने, मोर्चे में शामिल हुंदे ने। वो हफ्ते के बाद 10 पिछे मुड़ जाते हैं, तो ये मोर्चा उस तरह ही जारी है। कणक की कटाई हफ्ते और 10 दिन का सीजन है, इसलिए भरावो आप सहयोग करके ਜਿਹੜੇ साथी मोर्चा में शामिल ने उन्होंने ਕੰਮਕਾਰ 'ਚ शामिल हो। उन्होंने कणकों की साम संभाई जिस तरह पहला इकट्ठे होकर पिंडों में करते सी उस तरह करो। मोर्चे 'ਚ किसी किस्म की कोई कमजोरी या कमी ना आण देवो ताकि सरकार नूं ऐसा कोई बहाना मिले, क्योंकि सरकार तो इस गल दे पर लगी हुई सी बड़ी देर तो कि जिन्ना मोर्चा लंबा होना है कि शायद उस नाल जबर करके मुकदमे बना के किसानों के हौसले, नौजवानों के हौसले कुछ पस्त हो जाएंगे और मोर्चा खिंड जाएगा, फिजल आउट हो जाएगा। ये सरकार दीयां चालां सारियां फेल होईयां ने, भावें उन्हें 26 नूं कीतियां, भावें उस तो पहलां कीतियां। तरह तरह के मोर्चे नूं, मोर्चे के लीडरां नूं, किसानां नूं बदनाम करन लई इल्जाम तराशी की गई, पर वो लोगों के अंदर किसी किस्म का उसका असर नहीं होया, बल्कि लोगों ने अपनी जथेबंदक शक्ति नाल, अपनी समझ नाल सारियां गल्लां दा टाकरा कीता और साजियां साजिशां नूं जो सरकार ने कीतियां ने हुण तक मोर्चे नूं फेल करनियां, साबोताज करनियां, सारे नूं बेनकाब कीता है। इसलिए आओ तकड़े हो, सारे नौजवान, विद्यार्थी, डॉक्टर, प्रोफैसर, मेरियां भैणां, बीबियां, जिस तरह असीं महिला दिवस के उपर ਲੱਖਾਂ की गिणती के विच जोश नाल इकट्ठियां होकर आए, तो इस तरह ही इस नूं कोई वरतारा बनाओ, मोर्चों के अंदर वड्डी गिणती शामिल हो ताकि सरकार के उपर बहुत भारी दबाव जिहड़ियां चोणां भी हो रही ने और देश दे विच उठ रही आवाज़ सरकार नूं मजबूर करे बिना देरी इन्हां काले कानून दा लीक मारन दे लई और MSP के कानून बनाउण लई इन्नी बेनती करके थोड़ा सारिਆਂ ਦਾ बहुत बहुत धन्यवाद।